ਤਿੰਨ ਮੈਥਡ ਹੈ ਮੈਮਰੀ ਵਧਾਉਣ ਦੇ। ਇੱਕ ਮੈਥਡ ਸਭ ਤੋਂ ਪਹਿਲਾਂ ਜਿਹੜਾ ਵਾ ਉਹਨੂੰ ਅਸੀਂ ਕਹਿੰਦੇ ਆ ਨੈਚੁਰਲ ਮੈਥਡ, ਜਿਹੜਾ ਕਿ ਸਵਾਮੀ ਦਯਾਨੰਦ ਜਾਂ ਜਿੰਨੇ ਵੀ ਲੋਕ ਅੱਛੇ ਹੋਏ ਮੈਮਰੀ ਵਾਲੇ ਹੋਏ ਉਹ ਇਸਤੇਮਾਲ ਕਰਦੇ ਸੀ। ਦੂਸਰਾ ਹੈਗੀਆਂ ਨਿਮੋਨਿਕ ਟੈਕਨੀਕਸ ਹੈਗੀਆਂ ਵਾ, ਬਹੁਤ ਸਾਰੀਆਂ ਟੈਕਨੀਕਸ ਆ ਜਿਨ੍ਹਾਂ ਦਾ ਇਸਤੇਮਾਲ ਕਰਕੇ, ਜਿਸ ਤਰ੍ਹਾਂ ਮੈਂ 1260 ਫੋਨ ਨੰਬਰ ਯਾਦ ਕੀਤੇ ਹੋਏ ਆ, ਮੈਂ ਦੁਨੀਆ ਦਾ ਪਹਿਲਾ ਬੰਦਾ ਹੋਵਾਂਗਾ। 1260 ਫੋਨ ਨੰਬਰ ਮੈਂ ਕਿਸ ਤਰ੍ਹਾਂ ਯਾਦ ਕੀਤੇ? ਮੈਂ ਨਿਮੋਨਿਕ ਟੈਕਨੀਕ ਨਾਲ ਤੇ ਆਪਣੀ ਕਨਸੈਂਟਰੇਸ਼ਨ ਨੂੰ ਵਧਾ ਕੇ। ਤੇ ਇਹ ਜੇ ਦੋਨੋਂ ਮੈਥਡ ਤੁਸੀਂ ਇਸਤੇਮਾਲ ਕਰ ਲਓ ਤੇ ਉਹਦੇ ਨਾਲ ਤੁਸੀਂ ਜਿੰਨਾ ਮਰਜ਼ੀ ਡਾਟਾ ਚਾਹੋ ਯਾਦ ਕਰ ਸਕਦੇ। ਦੈਟ ਮੀਨਸ ਇਹਦੀ ਮੈਮਰੀ ਸੁਪਰ ਕੰਪਿਊਟਰ ਤੋਂ ਵੀ ਜ਼ਿਆਦਾ ਹੈਗੀ ਔਰ ਸਾਰਿਆਂ ਦੀ ਹੀ ਜ਼ਿਆਦਾ, ਤੁਹਾਡੀ ਮੇਰੀ ਬਰਾਬਰ ਹੈ, ਸਾਡੇ ਸਾਰਿਆਂ ਨੂੰ। ਸਿਰਫ ਔਰ ਸਿਰਫ ਇੱਕ ਹੁੰਦੀ ਟ੍ਰੇਨਡ ਮੈਮਰੀ, ਇੱਕ ਨੇ ਆਪਣੀ ਮੈਮਰੀ ਨੂੰ ਟ੍ਰੇਨ ਕਰ ਲਿਆ, ਦੂਜੇ ਨੇ ਨਹੀਂ ਕੀਤਾ। ਹਰ ਕਿਸੇ ਦੇ ਵਿੱਚ ਹੀ ਜਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਹੋਏਗਾ ਕਿ ਲੋਕ ਕਹਿੰਦੇ ਨੇ ਕਿ ਅਸੀਂ ਘਰੋਂ ਨਿਕਲਣ ਲੱਗੇ ਤਾਂ ਫੋਨ ਭੁੱਲ ਗਏ, ਜਾਂ ਘਰੋਂ ਨਿਕਲਣ ਲੱਗੇ ਚਾਬੀ ਭੁੱਲ ਗਏ, ਜਾਂ ਕਿਤੇ ਜਾ ਕੇ ਚਾਬੀ ਰੱਖੀ ਤਾਂ ਉੱਥੇ ਚਾਬੀ ਭੁੱਲ ਗਈ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਾਮਨ ਜਿਹੀਆਂ ਰਹਿੰਦੀਆਂ ਨੇ ਕਿ ਲੋਕਾਂ ਨੂੰ ਇਹ ਭੁੱਲਣ ਦੀ ਆਦਤ ਹੁੰਦੀ ਆ। ਇਹ ਕਿਵੇਂ ਆਦਤ ਸੁਧਾਰੀ ਜਾ ਸਕਦੀ? 2 ਸੈਕਿੰਡ ਦੀ ਟੈਕਨੀਕ ਬਹੁਤ ਪਾਵਰਫੁਲ ਹੈਗੀ। ਕੁਝ ਵੀ ਕੰਮ ਕਰੋ ਇਹੋ ਜਿਹਾ, ਜਾ ਕੇ ਤੁਸੀਂ ਪੱਗ ਖੋਲ ਕੇ ਰੱਖੀ, ਟਾਈ ਖੋਲ ਕੇ ਰੱਖੀ, ਸ਼ੂਜ਼ ਰੱਖੇ, ਸੁੱਟਣੇ ਨਹੀਂ, ਸੁੱਟ ਵੀ ਦਿੱਤੇ ਤਾਂ ਵੀ 2 ਸੈਕਿੰਡ ਦੇਖਣਾ ਜ਼ਰੂਰ ਹੈ। ਉਹ ਜਦੋਂ 2 ਸੈਕਿੰਡ ਦੇਖ ਲਿਆ ਨਾ, ਉਹ ਰਜਿਸਟਰ ਹੋ ਗਿਆ, ਤੁਹਾਨੂੰ ਕਦੀ ਵੀ ਨਹੀਂ ਭੁੱਲੇਗਾ। 10,000 ਸਾਲ ਦਾ ਕੈਲੰਡਰ ਹੁੰਦਾ ਵਾ, ਕੋਈ ਡੇਟ ਦੱਸੋ ਤੇ ਤੁਸੀਂ, ਮੈਂ ਡੇ ਆਫ ਦਾ ਵੀਕ ਦੱਸ ਸਕਦਾ ਵਾਂ ਕਿ ਉਹ ਕਿਹੜਾ ਡੇ ਸੀਗਾ ਹਫਤੇ ਦਾ, ਉਹ ਮੈਂ ਦੱਸ ਦਿੰਦਾ ਵਾਂ। 26 ਅਗਸਤ 1994 ਨੂੰ ਕਿਹੜਾ ਦਿਨ ਸੀਗਾ? ਉਸ ਦਿਨ ਸੀਗਾ ਜੀ ਤੁਹਾਡਾ ਫਰਾਈਡੇ, ਸ਼ੁੱਕਰਵਾਰ ਸੀਗਾ। ਤੁਹਾਡਾ ਜੇ ਹੋਵੇ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਵੈਰੀਫਾਈ ਵੀ ਨਾਲ ਹੋਵੇ ਨਾ। ਅਸੀਂ ਚੈੱਕ ਕਰ ਦੇਣਾ, ਵੈਰੀਫਾਈ ਕਰ ਦੇਣਾ ਅਸੀਂ ਨਾਲ ਹੀ। ਅੱਛਾ, 26 ਜਨਵਰੀ 1947 ਨੂੰ ਸੰਡੇ ਸੀਗਾ ਜੀ, ਐਤਵਾਰ। ਅੱਜ ਦੇ ਸਮੇਂ ਦੇ ਵਿੱਚ ਭੁੱਲਣ ਦੀ ਸਮੱਸਿਆ ਇੱਕ ਆਮ ਹੋ ਚੁੱਕੀ ਹੈ। ਲੋਕ ਕਹਿੰਦੇ ਨੇ ਕਿ ਸਾਨੂੰ ਚੀਜ਼ਾਂ ਯਾਦ ਨਹੀਂ ਰਹਿੰਦੀਆਂ, ਅਸੀਂ ਚੀਜ਼ਾਂ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸ਼ਾਇਦ ਸਾਡੀ ਯਾਦਾਸ਼ਤ ਕਮਜ਼ੋਰ ਹੋ ਚੁੱਕੀ ਹੈ ਤੇ ਅਸੀਂ ਆਪਣੀ ਮੈਮਰੀ ਨੂੰ ਸ਼ਾਰਪ ਕਰਨਾ ਚਾਹੁੰਦੇ ਹਾਂ। ਪਰ ਮੈਮਰੀ ਨੂੰ ਸ਼ਾਰਪ ਕੀਤਾ ਕਿਵੇਂ ਜਾਵੇ? ਅੱਜ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ। ਮੇਰੇ ਨਾਲ ਡਾਕਟਰ ਕੁੰਵਰ ਰਜੀਵ ਮੌਜੂਦ ਹੈਗੇ ਨੇ, ਮੈਮਰੀ ਟ੍ਰੇਨਰ ਹੈਗੇ ਨੇ, ਤਾਂ ਕਈ ਇਹਨਾਂ ਨੇ ਵਰਲਡ ਰਿਕਾਰਡ ਬਣਾਏ ਹੋਏ ਨੇ। ਤਾਂ ਅੱਜ ਇਹਨਾਂ ਦੇ ਕੋਲੋਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ। ਕੁੰਵਰ ਜੀ, ਸਭ ਤੋਂ ਪਹਿਲਾਂ ਸਵਾਗਤ ਜਗਬਾਣੀ ਟੀਵੀ ਤੇ। ਜੀ ਧੰਨਵਾਦ, ਥੈਂਕ ਯੂ ਸੋ ਮਚ ਕਾਮਲ ਜੀ। ਸਭ ਤੋਂ ਪਹਿਲਾ ਸਵਾਲ ਇਹੀ ਕਿ ਸਭ ਤੋਂ ਕਾਮਨ ਚੀਜ਼ ਜਿਹੜੀ ਦੇਖਣ ਨੂੰ ਮਿਲਦੀ ਹੈ, ਲੋਕ ਕਹਿੰਦੇ ਨੇ ਕਿ ਸਾਨੂੰ ਭੁੱਲਣ ਦੀ ਆਦਤ ਹੋ ਚੁੱਕੀ ਹੈ, ਸ਼ਾਇਦ ਸਾਡੀ ਮੈਮਰੀ ਵੀਕ ਹੋ ਚੁੱਕੀ ਹੈ। ਇਹ ਸਮੱਸਿਆ ਆ ਕਿਉਂ ਰਹੀ ਹੈ? ਇਹਦਾ ਕਾਰਨ ਕਾਲੋ ਜੀ ਹੈ ਕਿ ਜਿਹੜੇ ਇਲੈਕਟ੍ਰੋਨਿਕ ਗੈਜਟਸ ਆ ਗਏ ਨਾ, ਇਹ ਬਹੁਤ ਵੱਡਾ ਕਾਰਨ ਹੈਗਾ ਵਾ। ਦੇਖੋ, ਜਿਹੜੀ ਚੀਜ਼ ਨੂੰ ਅਸੀਂ ਇਸਤੇਮਾਲ ਨਹੀਂ ਕਰਦੇ ਉਹਦਾ ਇਸਤੇਮਾਲ ਭੁੱਲਦੇ ਜਾਂਦੇ ਹਾਂ। ਹੁਣ ਅਸੀਂ ਆਪਣੇ ਮੋਬਾਈਲ ਨੰਬਰ, ਡੇਟਾ, ਜਿੰਨੀਆਂ ਵੀ ਸਾਰਾ ਡੇਟਾ ਵਾ, ਉਹ ਮੋਬਾਈਲ ਦੇ ਵਿੱਚ ਜਾਂ ਲੈਪਟਾਪ ਦੇ ਵਿੱਚ ਰੱਖਣ ਦੇ ਆਦੀ ਹੋ ਗਏ ਲੋਕ। ਹੁਣ ਇਹਨੂੰ ਅਸੀਂ ਪੰਜਾਬੀ 'ਚ ਕਹੀਏ ਤੇ ਆਊਟਸੋਰਸ ਕਰਤਾ। ਆਊਟਸੋਰਸ ਦਾ ਮਤਲਬ ਅਸੀਂ ਆਪਣੀ ਮੈਮਰੀ ਨੂੰ ਯੂਜ਼ ਨਹੀਂ ਕਰ ਰਹੇ ਤੇ ਗੈਜਟਸ ਤੇ ਡਿਪੈਂਡ ਕਰ ਰਹੇ ਹਾਂ। ਇਸ ਕਰਕੇ ਸਾਡੀ ਮੈਮਰੀ ਵੀਕ ਹੁੰਦੀ ਜਾ ਰਹੀ। ਜਦੋਂ ਮੋਬਾਈਲ ਨਹੀਂ ਸੀ ਹੁੰਦੇ ਉਦੋਂ ਲੋਕਾਂ ਨੂੰ ਹਰ ਇੱਕ ਬੰਦੇ ਨੂੰ 20-25 ਫੋਨ ਨੰਬਰ ਯਾਦ ਹੁੰਦੇ ਸੀ ਆਪਣੇ ਘਰ ਦੇ ਸਾਰੇ। ਹੁਣ ਕਿਸੇ ਨੂੰ ਕੋਈ ਇੱਕ ਨੰਬਰ ਆਪਣਾ ਵੀ ਨਹੀਂ ਕਈ ਵਾਰ ਯਾਦ ਹੁੰਦਾ। ਇਹ ਕਾਰਨ ਹੈ ਕਿ ਜਿਹਦੇ ਕਰਕੇ ਸਾਡੀ ਮੈਮਰੀ ਜਿਹੜੀ ਆ ਦਿਨ ਬ ਦਿਨ ਵੀਕ ਹੁੰਦੀ ਜਾ ਰਹੀ ਹੈ। ਔਰ ਇਹੋ ਜਿਹੀ ਕੋਈ ਗੱਲ ਨਹੀਂ ਕਿ ਸਾਡੇ ਵਿੱਚ ਕੋਈ ਕਮੀ ਆ ਗਈ, ਕਮੀ ਕੋਈ ਨਹੀਂ ਹੈਗੀ। ਅੱਜ ਵੀ ਜਿਹੜੇ ਬੱਚੇ ਪੜ੍ਹਦੇ ਆ ਔਰ ਰੈਗੂਲਰਲੀ ਰਿਵਾਈਜ਼ ਕਰਕੇ ਪ੍ਰੈਕਟਿਸ ਕਰਦੇ ਆ, ਉਹਨਾਂ ਦੀ ਮੈਮਰੀ ਅੱਛੀ ਰਹਿੰਦੀ ਹੈ। ਪਰ ਲੋਕ ਕਹਿੰਦੇ ਨੇ ਕਿ ਅਸੀਂ ਮੈਮਰੀ ਸ਼ਾਰਪ ਕਰਨਾ ਚਾਹੁੰਦੇ ਹਾਂ, ਜਿੱਥੇ ਰਹਿਣ ਸਹਿਣ ਜਾਂ ਖਾਣ ਪੀਣ ਤਾਂ ਡਿਪੈਂਡ ਕਰਦਾ ਹੀ ਹੈ। ਮੈਨੂੰ ਲੱਗਦਾ ਕਿ ਉੱਥੇ ਜਿਵੇਂ ਤੁਸੀਂ ਦੱਸਿਆ ਕਿ ਆਦਤਾਂ ਵੀ ਬੜੀਆਂ ਡਿਪੈਂਡ ਕਰਦੀਆਂ ਹੈਗੀਆਂ ਨੇ। ਕਿਵੇਂ ਸ਼ਾਰਪ ਕਿਵੇਂ ਕੀਤੀ ਜਾ ਸਕਦੀ ਹੈ? ਲੋਕ ਕਿਵੇਂ ਭੁੱਲਣ ਦੀ ਸਮੱਸਿਆ ਤੋਂ ਨਿਜਾਤ ਪਾ ਸਕਦੇ ਨੇ? ਇਸ ਤਰ੍ਹਾਂ ਹੈ ਕਿ ਭੁੱਲਣ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਲਈ ਜੇ ਅਸੀਂ ਹਰ ਇੱਕ ਦੇ ਅਲੱਗ-ਅਲੱਗ ਲੈਵਲ 'ਤੇ ਗੱਲ ਕਰੀਏ, ਪਹਿਲਾਂ ਮੈਂ ਬੱਚਿਆਂ ਦੀ ਗੱਲ ਕਰਦਾ ਕਿਉਂਕਿ ਉਹ ਪੜ੍ਹਾਈ ਦੇ ਅੱਜ ਕੱਲ੍ਹ ਪੇਪਰ ਚੱਲ ਰਹੇ ਆ। ਜੇ ਉਸ ਪੱਖੋਂ ਦੇਖੀਏ ਤਾਂ ਉਹਦਾ ਇੱਕ ਸਿੰਪਲ ਜਿਹਾ ਤਰੀਕਾ ਹੈਗਾ ਵੈ ਕਿ ਜਦੋਂ ਬੱਚਾ ਪੜ੍ਹਦਾ ਨਾ, ਉਹਨੂੰ ਬਾਰ-ਬਾਰ ਇੱਕ ਟੌਪਿਕ ਨੂੰ ਰਿਵਾਈਜ਼ ਕਰਨਾ ਜ਼ਰੂਰੀ ਹੈ। ਔਰ ਰਿਵਾਈਜ਼ ਦਾ ਮਤਲਬ ਕੀ ਹੁੰਦਾ ਵਾ? ਇਹ ਨਹੀਂ ਕਿ ਮੈਂ ਇੱਕ ਵਾਰੀ ਪੜ੍ਹ ਲਿਆ, ਦੂਜੀ ਵਾਰੀ ਫਿਰ ਪੜ੍ਹ ਲਿਆ, ਤੀਜੀ ਵਾਰੀ ਫਿਰ, ਇਸ ਤਰ੍ਹਾਂ ਨਹੀਂ। ਰਿਵਾਈਜ਼ ਦਾ ਮਤਲਬ ਪੜ੍ਹ ਕੇ ਆਪਣੇ ਦਿਮਾਗ ਦੇ ਵਿੱਚ ਉਹਨੂੰ ਰਿਕਾਲ ਕਰਨਾ ਕਿ ਮੈਨੂੰ ਯਾਦ ਹੋ ਗਿਆ ਕਿ ਨਹੀਂ ਹੋਇਆ। ਕਿਉਂਕਿ ਪੇਪਰ ਦੇ ਵਿੱਚ ਦਿਮਾਗ ਨੇ ਜਾਣਾ, ਕਾਪੀ ਨੇ ਜਾਣਾ ਨਹੀਂ। ਇਸ ਕਰਕੇ ਪੜ੍ਹਨ ਨਾਲ ਨਹੀਂ ਹੋਣਾ। ਪੜ੍ਹ ਕੇ ਦਿਮਾਗ ਦੇ ਵਿੱਚ ਰਿਵਾਈਜ਼ ਕਰੋ। ਜਿੰਨੀ ਵਾਰੀ ਰਿਵਾਈਜ਼ ਕਰੋਗੇ, 3 ਤੋਂ 4 ਵਾਰੀ ਰਿਵਾਈਜ਼ ਕਰ ਲਓ ਤਾਂ ਤੁਹਾਡਾ ਉਹ ਪੱਕਾ ਹੀ ਤੁਹਾਡੀ ਲੌਂਗ ਟਰਮ ਮੈਮਰੀ ਚਲਾ ਜਾਂਦਾ ਔਰ 100% ਗਰੰਟੀ ਨਾਲ ਉਹ ਪੇਪਰ ਦੇ ਵਿੱਚ ਬੱਚੇ ਨੂੰ ਯਾਦ ਆਏਗਾ ਤੇ ਇੱਧਰ ਉੱਧਰ ਦੇਖਣ ਦੀ ਜ਼ਰੂਰਤ ਨਹੀਂ ਪਏਗੀ। ਪਰ ਬੱਚੇ ਕੀ ਕਰਦੇ ਆ ਕਿ ਉਹਨਾਂ ਨੇ ਇੱਕ ਵਾਰੀ ਨਜ਼ਰ ਮਾਰੀ, ਪੜ੍ਹ ਲਿਆ ਤੇ ਉਹਨਾਂ ਨੂੰ ਲੱਗਦਾ ਮੈਨੂੰ ਹੋ ਗਿਆ, ਮੇਰਾ ਕੰਮ ਹੋ ਗਿਆ। ਪਰ ਉਹ ਨਹੀਂ ਹੈ, ਕਿਉਂਕਿ ਉਹਨੂੰ ਦਿਮਾਗ ਦੇ ਵਿੱਚ ਜਦੋਂ ਤੁਸੀਂ ਰਿਕਾਲ ਕਰ ਲੈਂਦੇ ਹੋ, ਤੁਹਾਨੂੰ ਕੁਝ ਭੁੱਲ ਜਾਂਦਾ। ਤੁਸੀਂ ਫਿਰ ਦੇਖੋ, ਤੁਸੀਂ ਦੇਖਿਆ ਉਹਨੂੰ, ਫਿਰ ਰਿਕਾਲ ਕੀਤਾ। ਜਦੋਂ ਤੱਕ ਉਹ ਪੂਰੀ ਤਰ੍ਹਾਂ ਰਿਕਾਲ ਨਹੀਂ ਹੁੰਦਾ, ਉਦੋਂ ਤੱਕ ਉਹਨੂੰ ਰਿਵੀਜ਼ਨ ਨਹੀਂ ਕਿਹਾ ਜਾ ਸਕਦਾ। ਜੇ ਇਹੋ ਜਿਹਾ ਬੱਚਾ 3-4 ਵਾਰੀ, ਵੈਸੇ ਮੈਂ ਇੱਕ ਫਾਰਮੂਲਾ ਵੀ ਦੱਸਦਾ ਹੁੰਦਾ ਵਾਂ ਕਿ 0, 1, 7, 30, 90, 180। ਦੈਟ ਮੀਨਸ ਪਹਿਲਾਂ ਜਿਸ ਦਿਨ ਤੁਸੀਂ ਪੜ੍ਹਿਆ ਉਸ ਦਿਨ ਰਿਵਾਈਜ਼ ਕਰੋ, ਫਿਰ ਪਹਿਲੇ ਦਿਨ, ਦੈਟ ਮੀਨਸ ਅਗਲੇ ਦਿਨ, ਉਹ ਪਹਿਲਾ ਹੋ ਗਿਆ, ਪਹਿਲਾ ਦਿਨ 0, ਫਿਰ ਅੱਗੇ 1, ਫਿਰ 7ਵਾਂ ਦਿਨ ਉੱਥੋਂ ਕਾਊਂਟ ਕਰਨਾ, ਫਿਰ 30ਵਾਂ ਦਿਨ, ਫਿਰ 90ਵਾਂ ਦਿਨ। ਤੇ ਜੇ ਤੁਹਾਡਾ ਸਾਲ ਹੈਗਾ ਵਾ ਪੂਰਾ ਤੇ 6 ਮਹੀਨੇ, ਫਿਰ 180 ਵਾ। ਇੰਨੀ ਵਾਰੀ ਸਿਰਫ ਰਿਵਾਈਜ਼ ਕਰਨ ਦੇ ਨਾਲ ਤੁਹਾਡੇ ਉਹ ਕੋਈ ਵੀ ਟੌਪਿਕ ਦੁਨੀਆ ਦਾ ਲੌਂਗ ਟਰਮ ਮੈਮਰੀ ਚਲਾ ਜਾਏਗਾ ਤੇ ਪੇਪਰਾਂ ਤੱਕ ਹੀ, ਪੇਪਰਾਂ ਤੋਂ ਬਾਅਦ ਵੀ ਯਾਦ ਰਹੇਗਾ।
ਇਹ ਚੀਜ਼ਾਂ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ। ਰਿਵੀਜ਼ਨ, ਮਲਟੀਪਲ ਰਿਵੀਜ਼ਨ ਔਰ ਪੀਰੀਆਡਿਕ ਰਿਵੀਜ਼ਨ ਕਰਦੇ ਰਹਿਣ ਬੱਚੇ, ਤੇ ਕੋਈ ਹੈ ਨਹੀਂ, ਜਿੰਨੇ ਮਰਜ਼ੀ ਟੌਪਿਕ, ਜਿੰਨਾ ਮਰਜ਼ੀ ਡਾਟਾ ਯਾਦ ਕਰ ਲੈਣ, ਚਾਹੇ ਸਿਵਲ ਸਰਵਿਸਿਜ਼ ਹੈ, ਆਪਣੀ ਕੋਈ ਕਲਾਸ ਦਾ ਪੇਪਰ ਹੈ, ਸਭ ਕੁਝ ਕਰ ਸਕਦੇ, ਸਿਰਫ ਇੰਨਾ ਕੁ ਚੇਂਜ ਕਰ ਲੈਣ ਬਸ। ਅੱਛਾ, ਇਹ ਫਿਰ ਜਿਵੇਂ ਛੋਟੇ ਹੁੰਦੇ ਹੀ ਕਹਿੰਦੇ ਜਿਹੋ ਜਿਹੀਆਂ ਆਦਤਾਂ ਪਾ ਦਿਓ ਉਵੇਂ ਦੀਆਂ ਜਿਹੜੀਆਂ ਨੇ ਅੱਗੇ ਚੱਲਦੀਆਂ ਨੇ। ਇਹ ਤਾਂ ਜਿਹੜੇ ਸਿਆਣੇ ਬੱਚੇ ਹੋ ਗਏ ਉਹ ਤਾਂ ਐਂ ਕਰ ਲੈਂਦੇ ਨੇ, ਜਿਹੜੇ ਛੋਟੇ ਬੱਚੇ ਹੈਗੇ ਨੇ ਉਹਨਾਂ ਨੂੰ ਕਿਹੋ ਜਿਹੀਆਂ ਆਦਤਾਂ ਪਾਈਆਂ ਜਾਣ ਕਿ ਮੈਮਰੀ ਸ਼ਾਰਪ ਹੋ ਜੇ? ਹਾਂਜੀ, ਛੋਟੇ ਬੱਚਿਆਂ ਨੂੰ ਵੀ ਇਹੀ ਆਦਤ, ਜੇ ਪਹਿਲਾਂ ਤਾਂ ਟੀਚਰ ਨੂੰ ਸਿਖਾਉਣ ਦੀ ਜ਼ਰੂਰਤ ਹੈ ਕਿ ਵੀ ਮੈਂ ਖੁਦ ਟੀਚਰ ਹਾਂ, ਅਸੀਂ ਬੱਚਿਆਂ ਨੂੰ ਕਦੀ ਪੜ੍ਹਾ ਦਈਦਾ ਪਰ ਕਿਸ ਤਰ੍ਹਾਂ ਯਾਦ ਕਰਨਾ ਇਹਦੇ ਬਾਰੇ ਕਦੀ ਨਹੀਂ ਦੱਸਦੇ ਆਪਾਂ। ਉਹ ਕਹਿੰਦੇ ਬੇਟਾ ਥੋੜਾ ਹੋਰ ਕਨਸੈਂਟਰੇਟ ਕਰਕੇ ਪੜ੍ਹੋ। ਉਹਦਾ ਮਤਲਬ ਇਹੀ ਹੁੰਦਾ ਵਾ ਕਿ ਜੇ ਅਸੀਂ ਟੀਚਰਸ ਨੂੰ ਇਹਦੇ ਬਾਰੇ ਗਾਈਡ ਕਰ ਦਈਏ, ਪੂਰਾ ਇੱਕ ਸਿਸਟਮ ਹੈਗਾ ਵਾ, 3 ਮੈਥਡ ਹੈ ਮੈਮਰੀ ਵਧਾਉਣ ਦੇ। ਇੱਕ ਮੈਥਡ ਸਭ ਤੋਂ ਪਹਿਲਾਂ ਜਿਹੜਾ ਵਾ ਉਹਨੂੰ ਅਸੀਂ ਕਹਿੰਦੇ ਆ ਨੈਚੁਰਲ ਮੈਥਡ, ਜਿਹੜਾ ਕਿ ਸਵਾਮੀ ਦਯਾਨੰਦ ਜਾਂ ਜਿੰਨੇ ਵੀ ਲੋਕ ਅੱਛੇ ਹੋਏ ਮੈਮਰੀ ਵਾਲੇ ਹੋਏ ਉਹ ਇਸਤੇਮਾਲ ਕਰਦੇ ਸੀ। ਉਹ ਹੁੰਦਾ ਕਿ ਆਪਣੀ ਕਨਸੈਂਟਰੇਸ਼ਨ ਦਾ ਲੈਵਲ ਇੰਨਾ ਵਧਾ ਲਈਏ ਆਪਾਂ ਕਿ ਅਸੀਂ ਕਿਤਾਬ ਖੋਲੀਏ ਤੇ ਸਾਡਾ ਧਿਆਨ ਇੱਧਰ ਉੱਧਰ ਜਾਏ ਹੀ ਨਾ, ਔਰ ਜੋ ਅਸੀਂ ਪੜ੍ਹੀਏ ਉਹ ਪਹਿਲੀ ਵਾਰੀ 'ਚ ਯਾਦ ਹੋ ਸਕਦਾ। ਪਰ ਉਹ ਇੰਨਾ ਸੌਖਾ ਨਹੀਂ ਹੈ, ਉਹਦੇ ਵਾਸਤੇ ਕਹਿ ਲਓ ਇੱਕ ਤਰ੍ਹਾਂ ਦੀ ਤਪੱਸਿਆ ਕਰਨੀ ਪਏਗੀ। ਪਰ ਜੇ ਬੱਚੇ ਨੂੰ ਬਚਪਨ ਦੇ ਵਿੱਚ ਹੀ, ਜਿਸ ਤਰ੍ਹਾਂ ਸਾਡੇ ਹਰ ਧਰਮ 'ਚ ਮੈਡੀਟੇਸ਼ਨ ਕਿਹਾ ਜਾਂਦਾ, ਧਿਆਨ ਲਾਣਾ, ਜੇ ਧਿਆਨ ਲਾਣਾ ਸਿਖਾਤਾ ਜਾਵੇ ਬੱਚੇ ਨੂੰ ਬਚਪਨ ਤੋਂ ਹੀ, ਤੇ ਉਹਦੀ ਮੈਮਰੀ ਐਡੀ ਵਧੀਆ ਹੋ ਜਾਏਗੀ ਕਿ ਉਹਨੂੰ ਕਿਸੇ ਟੈਕਨੀਕ ਦੀ ਜ਼ਰੂਰਤ ਨਹੀਂ ਹੈ, ਉਹ ਜੋ ਪੜ੍ਹੇਗਾ ਉਹ ਯਾਦ ਹੋ ਸਕਦਾ ਉਹਨੂੰ। ਪਹਿਲੀ ਚੀਜ਼ ਤਾਂ ਇਹ ਧਿਆਨ ਲਗਾਉਣਾ, ਦੈਟ ਮੀਨਸ ਇੱਕ ਚੀਜ਼ ਤੇ ਫੋਕਸ ਕਰਨਾ। ਦੂਸਰਾ ਹੈਗੀਆਂ ਨਿਮੋਨਿਕ ਟੈਕਨੀਕਸ ਹੈਗੀਆਂ, ਮੈਂ ਬਹੁਤ ਸਾਰੀਆਂ ਟੈਕਨੀਕਸ ਆ ਜਿਨ੍ਹਾਂ ਦਾ ਇਸਤੇਮਾਲ ਕਰਕੇ, ਜਿਸ ਤਰ੍ਹਾਂ ਮੈਂ 1260 ਫੋਨ ਨੰਬਰ ਯਾਦ ਕੀਤੇ ਹੋਏ ਆ, ਮੈਂ ਦੁਨੀਆ ਦਾ ਪਹਿਲਾ ਬੰਦਾ ਹੋਵਾਂਗਾ। 1260 ਫੋਨ ਨੰਬਰ ਮੈਂ ਕਿਸ ਤਰ੍ਹਾਂ ਯਾਦ ਕੀਤੇ? ਮੈਂ ਨਿਮੋਨਿਕ ਟੈਕਨੀਕ ਨਾਲ ਤੇ ਆਪਣੀ ਕਨਸੈਂਟਰੇਸ਼ਨ ਨੂੰ ਵਧਾ ਕੇ ਮੈਂ ਯਾਦ ਕਰ ਲਏ। ਮੈਂ ਦੋਨਾਂ ਦਾ ਮਿਕਸ ਕੀਤਾ, ਕਨਸੈਂਟਰੇਸ਼ਨ ਵੀ ਤੇ ਇਹ ਵੀ। ਤੇ ਇਹ ਜੇ ਦੋਨੋਂ ਮੈਥਡ ਤੁਸੀਂ ਇਸਤੇਮਾਲ ਕਰ ਲਓ ਤੇ ਉਹਦੇ ਨਾਲ ਤੁਸੀਂ ਜਿੰਨਾ ਮਰਜ਼ੀ ਡਾਟਾ ਚਾਹੋ ਯਾਦ ਕਰ ਸਕਦੇ। ਔਰ ਤੀਸਰਾ ਮੈਥਡ ਕੀ ਹੈਗਾ ਵਾ, ਜਿਹੜਾ ਮੈਂ ਪਹਿਲਾਂ ਹੀ ਦੱਸਤਾ ਤੁਹਾਨੂੰ, ਕਿ ਉਹਨੂੰ ਰਿਵਾਈਜ਼ ਕਰਨਾ ਔਰ ਕੋਈ ਵੀ ਡਾਟੇ ਨੂੰ ਸ਼ਾਰਟ ਟਰਮ ਮੈਮਰੀ ਤੋਂ ਲੌਂਗ ਟਰਮ ਮੈਮਰੀ 'ਚ ਲੈ ਕੇ ਜਾਣਾ। ਲੌਂਗ ਟਰਮ ਦਾ ਮਤਲਬ ਪੇਪਰਾਂ ਤੱਕ ਤੇ ਯਾਦ ਰਵੇ ਨਾ ਘੱਟੋ ਘੱਟ। ਜੇ ਹੁਣ ਪੜ੍ਹਿਆ ਮਹੀਨੇ ਬਾਅਦ ਭੁੱਲ ਗਿਆ, ਉਹਦਾ ਫਾਇਦਾ ਕੀ ਹੋਏਗਾ? ਫਿਰ ਸਾਨੂੰ ਫਿਰ ਦੁਬਾਰਾ ਮਿਹਨਤ ਕਰਨੀ ਪਏਗੀ। ਸੋ ਇਹ 3 ਮੈਥਡ ਹੈ ਜਿਹਨਾਂ ਨਾਲ ਕੋਈ ਵੀ ਆਪਣੀ ਮੈਮਰੀ ਨੂੰ ਵਧਾ ਸਕਦਾ। ਔਰ ਸਭ ਤੋਂ ਇੰਪੋਰਟੈਂਟ ਮੈਂ ਮੰਨਦਾ ਵਾਂ ਜਿਹੜਾ ਕਨਸੈਂਟਰੇਸ਼ਨ ਵਾਲਾ ਵਾ, ਉਹ ਸਾਡੇ ਕਹਿ ਲਓ ਸਿਲੇਬਸ ਹੀ ਪਾ ਦੇਣਾ ਚਾਹੀਦਾ ਕਿ ਟੀਚਰਾਂ ਨੂੰ ਪਹਿਲਾਂ ਸਿਖਾਓ ਵੀ ਇਹ ਕਨਸੈਂਟਰੇਸ਼ਨ ਕੀ ਹੁੰਦੀ ਹੈ। ਟੀਚਰਸ ਨੂੰ ਖੁਦ ਨਹੀਂ ਪਤਾ ਹੁੰਦਾ, ਦੱਸਿਆ ਹੀ ਨਹੀਂ ਜਾਂਦਾ ਕਿਸੇ ਲੈਵਲ ਤੇ ਸਾਨੂੰ, ਤੇ ਫਿਰ ਉਸ ਤੋਂ ਬਾਅਦ ਉਹ ਆਪਣੇ ਆਪ ਹੀ ਬੱਚਿਆਂ ਨੂੰ ਸਿਖਾ ਦੇਣਗੇ ਅੱਗੇ ਵੀ ਇਹ ਚੀਜ਼ ਬਹੁਤ ਜ਼ਰੂਰੀ ਹੈ, ਤੇ ਪੇਰੈਂਟਸ ਨੂੰ ਵੀ ਪਤਾ ਲੱਗ ਜਾਏਗੀ ਤੇ ਅਸੀਂ ਇਹਦੇ ਤੇ ਵਰਕ ਕਰ ਸਕਦੇ। ਮੈਮਰੀ ਦੇ ਉੱਪਰ ਤੁਸੀਂ ਬੜੀ ਰਿਸਰਚ ਕੀਤੀ। ਇੱਕ ਆਮ ਜੀ ਗੱਲ ਅਸੀਂ ਸੁਣਨ ਨੂੰ ਮਿਲਦੇ ਆ, ਪੇਰੈਂਟਸ ਕਈ ਵਾਰੀ ਕਹਿ ਦਿੰਦੇ ਨੇ ਕਿ ਸਾਡਾ ਬੱਚਾ ਵੀਕ ਹੈ, ਫਲਾਣੇ ਦਾ ਬੱਚਾ ਜਿਹੜਾ ਹੁਸ਼ਿਆਰ ਆ ਉਹਦਾ ਬੜਾ ਸ਼ਾਰਪ ਮਾਈਂਡ ਆ, ਸਾਡੇ ਬੱਚੇ ਨੂੰ ਚੀਜ਼ਾਂ ਜਿਹੜੀਆਂ ਨੇ ਜ਼ਿਆਦਾ ਯਾਦ ਨਹੀਂ ਹੁੰਦੀਆਂ। ਮੈਮਰੀ ਹਰ ਇਨਸਾਨ ਦੀ ਸੇਮ ਹੁੰਦੀ ਹੈ ਕਿ ਜਾਂ ਇਹਦੇ 'ਚ ਵੀ ਹੁੰਦਾ ਕੋਈ ਵੀਕ ਹੁੰਦਾ ਜਾਂ ਸ਼ਾਰਪ ਹੁੰਦਾ? ਇਸ ਤਰ੍ਹਾਂ ਹੈ ਜੀ ਕਿ ਤੁਹਾਡਾ ਸਵਾਲ ਬਹੁਤ ਵਧੀਆ। ਕਿ ਇੱਕ ਤਾਂ ਜਿਹੜੀ ਪਹਿਲੀ ਗੱਲ ਹੈ, 2 ਗੱਲਾਂ ਹੋ ਗਈਆਂ। ਇੱਕ ਤੇ ਇਹ ਹੈ ਕਿ ਵੀ ਇੱਕ ਬੱਚਿਆਂ ਦਾ ਕੰਪੈਰੀਜ਼ਨ ਕਦੀ ਨਹੀਂ ਕਰਨਾ ਚਾਹੀਦਾ ਕਿ ਵੀ ਉਹ ਦੇਖ ਫਲਾਣੇ ਦਾ ਬੱਚਾ ਇਹ ਕਰ ਗਿਆ ਤੂੰ ਨਹੀਂ ਕਰਦਾ। ਪੇਰੈਂਟਸ ਆਪ ਹੀ ਬਾਰ-ਬਾਰ ਬੱਚੇ ਨੂੰ ਇਹੋ ਜਿਹੀਆਂ ਗੱਲਾਂ ਕਰਕੇ ਨਾ ਉਹਦਾ ਮੋਰਲ ਡਾਊਨ ਕਰ ਦਿੰਦਾ। ਦੂਸਰੀ ਗੱਲ ਹੈ ਕਿ ਕੀ ਸਾਰਿਆਂ ਦੀ ਮੈਮਰੀ ਬਰਾਬਰ ਹੈ? 100% ਸਾਰਿਆਂ ਦੀ ਮੈਮਰੀ ਬਰਾਬਰ ਹੈ। ਸਾਡੇ ਨਿਊਰੋਨਸ ਦਾ ਨੰਬਰ ਜਿਹੜਾ ਵਾ ਸਾਰਿਆਂ ਦੇ ਵਿੱਚ ਆਲਮੋਸਟ ਬਰਾਬਰ ਹੈਗਾ ਵਾ। ਔਰ ਇਹਦੇ ਵਿੱਚ ਯਾਦ ਰੱਖਣ ਦੀ ਖਮਤਾ ਹਰ ਇੱਕ ਦੇ ਵਿੱਚ ਪਤਾ ਕਿੰਨੀ ਹੈ ਕਿ ਜੇ ਇਹਨੂੰ ਅਸੀਂ ਹਾਰਡ ਡਰਾਈਵ ਮੰਨ ਲਈਏ, ਤਾਂ ਤੁਸੀਂ ਤਾਂ ਰੋਜ਼ ਵੀਡੀਓ ਬਣਾਉਂਦੇ ਹੋ, ਇੱਕ ਹਾਈ ਕੁਆਲਿਟੀ ਵੀਡੀਓ ਜਿਹੜਾ ਤੁਹਾਡਾ ਵਾ ਉਹ 10 ਮਿੰਟ ਦਾ ਹੁੰਦਾ ਵਾ ਤੇ 1 GB ਤੋਂ ਜ਼ਿਆਦਾ ਡਾਟਾ ਲੈ ਲੈਂਦਾ। ਔਰ ਇਹ ਹਾਰਡ ਡਰਾਈਵ ਜਿਹੜੀ ਹੈ ਇਹਦੇ ਵਿੱਚ ਜੇ ਅਸੀਂ ਇੱਕ ਹਾਈ ਕੁਆਲਿਟੀ ਵੀਡੀਓ ਸਟੋਰ ਕਰੀਏ ਨਾ, ਉਹ ਪਤਾ ਕਿੰਨੀ ਦੇਰ ਚੱਲੇਗਾ? 300 ਸਾਲ ਤੱਕ ਚੱਲ ਸਕਦੀ ਉਹ ਵੀਡੀਓ। ਐਡੀ ਲੰਬੀ ਵੀਡੀਓ ਇਹਦੇ ਸਟੋਰ, ਦੈਟ ਮੀਨਸ ਇਹਦੀ ਮੈਮਰੀ ਸੁਪਰ ਕੰਪਿਊਟਰ ਤੋਂ ਵੀ ਜ਼ਿਆਦਾ ਹੈਗੀ ਹੈ। ਔਰ ਸਾਰਿਆਂ ਦੀ ਹੀ ਜ਼ਿਆਦਾ, ਤੁਹਾਡੀ ਮੇਰੀ ਬਰਾਬਰ ਹੈ, ਸਾਡੇ ਸਾਰਿਆਂ ਦੀ। ਸਿਰਫ ਔਰ ਸਿਰਫ ਇੱਕ ਹੁੰਦੀ ਟ੍ਰੇਨਡ ਮੈਮਰੀ। ਇੱਕ ਨੇ ਆਪਣੀ ਮੈਮਰੀ ਨੂੰ ਟ੍ਰੇਨ ਕਰ ਲਿਆ, ਦੂਜੇ ਨੇ ਨਹੀਂ ਕੀਤਾ। ਔਰ ਟ੍ਰੇਨ ਕਰਨਾ ਸਿਖਾਇਆ ਨਹੀਂ ਜਾਂਦਾ ਕਿਤੇ ਵੀ। ਜੇ ਇਹ ਮੈਮਰੀ ਨੂੰ ਟ੍ਰੇਨ ਕਰ ਲਓ, ਕੋਈ ਵੀ ਵੀਡੀਓ ਕੋਰਸ ਲੈ ਕੇ ਜਾਂ ਕਿਤੋਂ ਵੀ ਪ੍ਰੈਕਟਿਸ, ਸਿਰਫ ਕਰਨਾ ਨਹੀਂ ਹੈ, ਪ੍ਰੈਕਟਿਸ ਕਰ ਲਵੇ। ਕੋਈ ਵੀ ਮੇਰੇ ਜਿੰਨੀ ਮੈਮਰੀ, ਜਿੰਨੇ ਮਰਜ਼ੀ ਵਰਲਡ ਰਿਕਾਰਡ ਬਣਾਉਣੇ ਚਾਹਵੇ, ਸਭ ਕੁਝ ਕਰ ਸਕਦਾ, ਕੋਈ ਵੀ ਕਰ ਸਕਦਾ। ਔਰ ਮੇਰੇ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਉਹਨਾਂ ਨੇ ਬਹੁਤ ਸਾਰੇ ਵਰਲਡ ਰਿਕਾਰਡ ਬਣਾਏ ਹੋਏ ਆ, ਆਲਰੇਡੀ ਬਣਾ ਵੀ ਰਹੇ, ਔਰ ਮੈਨੂੰ ਦੱਸਦੇ ਵੀ ਰਹਿੰਦੇ ਆ ਕਿ ਮੈਂ ਫਲਾਣੇ ਰਿਕਾਰਡ ਲਈ ਟਰਾਈ ਕਰ ਰਿਹਾ। ਕੋਈ ਵੀ ਕਰ ਸਕਦਾ, ਕੋਈ ਵੀ। ਭਾਵੇਂ ਲੋਕਾਂ ਨੂੰ ਵਿਸ਼ਵਾਸ ਨਹੀਂ ਹੋਏਗਾ ਕਿ ਮੈਂ ਥੋੜ੍ਹੀ ਕਰ ਸਕਦਾ, ਮੇਰੀ ਮੈਮਰੀ ਤੇ ਵੀਕ ਹੈ, ਪਰ ਮੈਂ ਦਾਅਵੇ ਨਾਲ ਕਹਿੰਦਾ ਕਿ ਕੋਈ ਵੀ ਉਹਦੇ ਉੱਤੇ ਵਰਕ ਕਰ ਲਵੇ, ਕਰ ਸਕਦਾ ਆਪਣੀ ਮੈਮਰੀ ਨੂੰ। ਅੱਛਾ, ਇੱਕ ਆਮ ਜਿਹਾ ਸਵਾਲ ਹੈ, ਮੈਨੂੰ ਲੱਗਦਾ ਕਿ ਹਰ ਕਿਸੇ ਦੇ ਵਿੱਚ ਹੀ ਜਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਹੋਏਗਾ ਕਿ ਲੋਕ ਕਹਿੰਦੇ ਨੇ ਕਿ ਅਸੀਂ ਘਰੋਂ ਨਿਕਲਣ ਲੱਗੇ ਤਾਂ ਫੋਨ ਭੁੱਲ ਗਏ, ਜਾਂ ਘਰੋਂ ਨਿਕਲਣ ਲੱਗੇ ਚਾਬੀ ਭੁੱਲ ਗਏ, ਜਾਂ ਕਿਤੇ ਜਾ ਕੇ ਚਾਬੀ ਰੱਖੀ ਤਾਂ ਉੱਥੇ ਚਾਬੀ ਭੁੱਲ ਗਈ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਾਮਨ ਜਿਹੀਆਂ ਰਹਿੰਦੀਆਂ ਨੇ ਕਿ ਲੋਕਾਂ ਨੂੰ ਇਹ ਭੁੱਲਣ ਦੀ ਆਦਤ ਹੁੰਦੀ ਆ। ਇਹ ਕਿਵੇਂ ਆਦਤ ਸੁਧਾਰੀ ਜਾ ਸਕਦੀ ਹੈ? ਦੀਪ ਜੀ, ਇਹ ਬੜੇ ਈਜ਼ੀਲੀ ਰਿਮੂਵ ਕੀਤੀ ਜਾ ਸਕਦੀ ਹੈ। ਥੋੜੀ ਜਿਹੀ ਆਪਣੀ ਇੱਕ ਆਦਤ ਨਵੀਂ ਬਣਾਉਣੀ ਪਏਗੀ ਤੇ ਪੁਰਾਣੀ ਆਪਣੇ ਆਪ ਹੀ ਠੀਕ ਹੋ ਜਾਏਗੀ, ਹੈ ਨਾ। ਜਦੋਂ ਅਸੀਂ ਉਹਦੇ ਉੱਤੇ ਕੁਝ ਹੋਰ ਪਾ ਦਿਆਂਗੇ ਤਾਂ ਪੁਰਾਣਾ ਲੁਕ ਜਾਏਗਾ। ਉਹਦਾ ਕੀ ਤਰੀਕਾ ਹੈਗਾ ਵਾ ਕਿ ਅਸੀਂ ਜਦੋਂ ਵੀ ਕੋਈ ਕੰਮ ਕਰਦੇ ਹਾਂ, ਮੰਨ ਲਓ ਚਾਬੀ ਰੱਖੀ ਹੈ, ਤੇ ਅਸੀਂ 2 ਸੈਕਿੰਡ ਲਈ ਚਾਬੀ ਵੱਲ ਦੇਖਣਾ ਜ਼ਰੂਰ ਹੈ। ਕਿਉਂਕਿ ਸਾਡਾ ਬ੍ਰੇਨ ਕਿਸ ਤਰ੍ਹਾਂ ਵਰਕ ਕਰਦਾ, ਸਭ ਤੋਂ ਪਹਿਲਾਂ ਡਾਟੇ ਨੂੰ ਰਜਿਸਟਰ ਕਰਦਾ, ਫਿਰ ਉਹਨੂੰ ਰਿਵਾਈਜ਼ ਕਰਦੇ ਹਾਂ ਤੇ ਫਿਰ ਉਹ ਰੀਕਾਲ ਹੁੰਦਾ ਵਾ। ਤੇ ਜਦੋਂ ਅਸੀਂ ਚਾਬੀ ਰੱਖੀ, ਅਸੀਂ ਧਿਆਨ ਸਾਡਾ ਕਿਤੇ ਹੋਰ ਹੈ, ਸਾਡੇ ਮਨ ਦੇ ਵਿੱਚ 70,000 ਤੋਂ 90,000 ਸੋਚ ਚੱਲਦੀ ਦਿਨ ਦੇ ਵਿੱਚ, ਹਰ ਬੰਦੇ ਦੇ ਦਿਮਾਗ 'ਚ, ਔਰ ਉਹ ਤੁਹਾਡਾ ਧਿਆਨ ਕਿਤੇ ਹੋਰ ਹੈਗਾ ਵਾ। ਉਸ ਟਾਈਮ ਤੇ ਤੁਸੀਂ ਉਧਰ
ਧਿਆਨ ਦਿੱਤਾ ਨਹੀਂ, ਉਹ ਰਜਿਸਟਰ ਹੀ ਨਹੀਂ ਹੋਇਆ ਈਵੈਂਟ। ਹੁਣ ਜਦੋਂ ਤੁਸੀਂ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਰਿਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਰਿਕਾਲ ਕਿੱਥੋਂ ਹੋਏਗਾ ਕਿਉਂਕਿ ਰਜਿਸਟਰ ਨਹੀਂ ਸੀ ਹੋਇਆ। ਇਸ ਕਰਕੇ ਸਿਰਫ ਇੱਕ ਹੈਬਿਟ ਬਣਾਉਣੀ ਹੈ, ਚਾਬੀ ਰੱਖੀ, ਲੌਕ ਕੀਤਾ, ਗੈਸ ਆਫ ਕੀਤੀ, ਕੋਈ ਵੀ ਕੰਮ ਕੀਤਾ 2 ਸੈਕਿੰਡ ਲਈ ਆਪਾਂ ਉਹਦੇ ਵੱਲ ਦੇਖਣਾ ਜ਼ਰੂਰ ਹੈ। ਔਰ ਉਹ 2 ਸੈਕਿੰਡ ਦੇਖਣ ਤੋਂ ਬਾਅਦ ਉਹ ਰਜਿਸਟਰ ਹੋ ਗਿਆ, ਉਸ ਤੋਂ ਬਾਅਦ ਤੁਸੀਂ ਭਾਵੇਂ ਅੱਜ ਕਹੋ ਪਰਸੋਂ ਕਹੋ, ਤੁਹਾਨੂੰ ਰਿਕਾਲ ਹੋਏਗਾ ਹੀ ਹੋਏਗਾ ਕਿਉਂਕਿ ਉਹ ਰਜਿਸਟਰ ਹੋ ਚੁੱਕਾ ਹੈ। ਯਾਨੀ ਕਿ 2 ਸੈਕਿੰਡ ਧਿਆਨ ਦੇਣ ਦੀ 2 ਸੈਕਿੰਡ ਦੀ ਟੈਕਨੀਕ ਬਹੁਤ ਪਾਵਰਫੁਲ ਹੈਗੀ। ਕੁਝ ਵੀ ਕੰਮ ਕਰੋ ਇਹੋ ਜਿਹਾ, ਜਾ ਕੇ ਤੁਸੀਂ ਪੱਗ ਖੋਲ ਕੇ ਰੱਖੀ, ਟਾਈ ਖੋਲ ਕੇ ਰੱਖੀ, ਸ਼ੂਜ਼ ਰੱਖੇ, ਸੁੱਟਣੇ ਨਹੀਂ, ਸੁੱਟ ਵੀ ਦਿੱਤੇ ਤਾਂ ਵੀ 2 ਸੈਕਿੰਡ ਦੇਖਣਾ ਜ਼ਰੂਰ ਹੈ। ਉਹ ਜਦੋਂ 2 ਸੈਕਿੰਡ ਦੇਖ ਲਿਆ ਨਾ, ਉਹ ਰਜਿਸਟਰ ਹੋ ਗਿਆ, ਤੁਹਾਨੂੰ ਕਦੀ ਵੀ ਨਹੀਂ ਭੁੱਲੇਗਾ। ਅੱਛਾ, ਇਹ ਫਿਰ ਚੀਜ਼ਾਂ ਜਿਹੜੀਆਂ ਇਹ ਤਾਂ ਇੱਕ ਤੁਹਾਡੀ ਪ੍ਰੈਕਟਿਸ ਹੋ ਗਈ। ਮੈਮਰੀ ਦੇ ਉੱਪਰ ਜਿਵੇਂ ਅੱਜ ਦਾ ਖਾਣ ਪੀਣ ਹੋ ਗਿਆ ਜਾਂ ਰਹਿਣ ਸਹਿਣ ਹੋ ਗਿਆ, ਇਹ ਵੀ ਚੀਜ਼ਾਂ ਇੰਪੈਕਟ ਮੈਨੂੰ ਲੱਗਦਾ ਕਿ ਜ਼ਿਆਦਾ ਪਾ ਰਹੀਆਂ ਨੇ। ਇਹ ਚੀਜ਼ਾਂ ਵੀ ਨਾਲ ਸੁਧਾਰਨ ਦੀ ਲੋੜ ਹੈ। ਹਾਂਜੀ ਹਾਂਜੀ, ਇਹਨਾਂ ਚੀਜ਼ਾਂ ਦਾ ਇੰਪੈਕਟ ਤਾਂ ਪੈਂਦਾ ਹੀ ਹੈ ਸਾਡੇ ਡੇਲੀ ਲਾਈਫ ਸਟਾਈਲ ਦਾ, ਸਾਡੀ ਜ਼ਿੰਦਗੀ ਦੇ ਉੱਤੇ ਬਹੁਤ ਵੱਡਾ ਅਸਰ ਹੁੰਦਾ ਵਾ। ਤੇ ਇਹ ਕਹਿਣ ਦਾ ਜੇ ਇਨ ਜਨਰਲ ਕਹੀਏ, ਬਹੁਤਾ ਕੰਪਲੈਕਸ ਨਾ ਬਣਾਈਏ, ਤੇ ਹੈਲਦੀ ਡਾਈਟ ਖਾਣ ਦੇ ਨਾਲ ਤੁਹਾਡੀ ਬਾਡੀ ਹੈਲਦੀ ਰਹੇਗੀ, ਬਾਡੀ ਹੈਲਦੀ ਰਹੇਗੀ ਤੇ ਬ੍ਰੇਨ ਵੀ ਹੈਲਦੀ ਰਹੇਗਾ, ਤੇ ਨਿਊਰੋਨਸ ਵੀ ਹੈਲਦੀ ਰਹਿਣਗੇ, ਤੇ ਡੈਫੀਨੇਟਲੀ ਉਹਦਾ ਤੁਹਾਡੀ ਜ਼ਿੰਦਗੀ ਦੇ ਉੱਤੇ, ਤੁਹਾਡੀ ਮੈਮਰੀ ਦੇ ਉੱਤੇ, ਤੁਹਾਡੀ ਵਰਕਿੰਗ ਕੈਪੈਸਿਟੀ ਦੇ ਉੱਤੇ, ਹਰ ਚੀਜ਼ ਦੇ ਉੱਤੇ ਅਸਰ ਪਏਗਾ। ਤੇ ਤੁਹਾਡੀ ਸੋਚ ਦੇ ਉੱਤੇ ਵੀ ਅਸਰ ਪੈ ਗਿਆ, ਤੇ ਜੇ ਸੋਚ ਦੇ ਉੱਤੇ ਅਸਰ ਪੈ ਗਿਆ ਤਾਂ ਸਮਝੋ ਜ਼ਿੰਦਗੀ ਤੇ ਬਹੁਤ ਵੱਡਾ ਅਸਰ ਪੈ ਜਾਂਦਾ, ਕਿਉਂਕਿ ਸੋਚ ਨਾਲ ਹੀ ਸਾਡੀ ਜ਼ਿੰਦਗੀ ਪੈਦਾ ਹੁੰਦੀ ਹੈ। ਜੋ ਅਸੀਂ ਸੋਚਦੇ ਹਾਂ ਉਹ ਬਣ ਜਾਂਦੇ ਆ, ਤੇ ਸੋਚ ਨੂੰ ਸੁਧਾਰਨ ਦੀ ਜ਼ਰੂਰਤ ਹੈਗੀ ਹੈ, ਔਰ ਉਹਦਾ ਫੂਡ ਨਾਲ ਵੀ ਰਿਲੇਸ਼ਨ ਇਸੇ ਤਰ੍ਹਾਂ ਹੀ ਹੈ। ਅੱਛਾ ਡਾਕਟਰ ਸਾਹਿਬ, ਤੁਸੀਂ ਵੀ ਇਸ ਖੇਤਰ ਦੇ ਵਿੱਚ ਬੜੇ ਸਾਰੇ ਵਰਲਡ ਰਿਕਾਰਡ ਬਣਾਏ ਹੋਏ ਨੇ, ਕਿਹੜੇ ਰਿਕਾਰਡ ਤੁਹਾਡੇ ਨਾਮ ਨੇ ਹੁਣ? ਮੇਰਾ ਨਾਮ ਮਨਦੀਪ ਜੀ, ਇੱਕ ਏਸ਼ੀਆ ਬੁੱਕ ਆਫ ਰਿਕਾਰਡਸ ਮੈਂ ਰੀਸੈਂਟਲੀ ਦਰਜ ਕੀਤਾ। ਉਸ ਤੋਂ ਪਹਿਲਾਂ ਮੇਰਾ ਨਾਮ 2 ਰਿਕਾਰਡ ਮੇਰੇ ਲਿਮਕਾ ਬੁੱਕ ਆਫ ਰਿਕਾਰਡਸ ਹੈ, 3 ਰਿਕਾਰਡ ਮੇਰੇ ਇੰਡੀਆ ਬੁੱਕ ਆਫ ਰਿਕਾਰਡਸ ਹੈਗੇ, ਵਰਲਡ ਰਿਕਾਰਡ ਇੰਡੀਆਜ਼, ਬ੍ਰਿਟਿਸ਼ ਵਰਲਡ ਰਿਕਾਰਡ, ਯੂਪੀ ਬੁੱਕ ਆਫ ਵਰਲਡ ਰਿਕਾਰਡ, ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਕਿਤਾਬਾਂ ਜਿਨ੍ਹਾਂ ਦੇ ਵਿੱਚ ਮੇਰਾ ਨਾਮ ਦਰਜ ਹੋਇਆ, ਔਰ ਮੈਂ ਕਾਫੀ ਸਾਰੇ ਰਿਕਾਰਡ ਉਹਦੇ ਵਿੱਚ ਬਣਾਏ। ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਬਹੁਤ ਸਾਰੇ ਨੰਬਰ ਮੋਬਾਈਲ ਦੇ ਯਾਦ ਹੈਗੇ ਨੇ, ਇਵੇਂ ਕਿਹੜੀਆਂ ਚੀਜ਼ਾਂ ਤੁਸੀਂ ਯਾਦ ਕੀਤੀਆਂ ਹੋਈਆਂ ਨੇ? ਮੈਂ ਮੋਬਾਈਲ ਨੰਬਰ 1260 ਯਾਦ ਕੀਤੇ ਸੀਗੇ। ਮੈਂ ਇੰਡੀਆ ਦੀਆਂ ਜਿੰਨੀਆਂ ਵੀ ਪਾਰਲੀਮੈਂਟਰੀ ਕਨਸਟੀਟੂਐਂਸੀਜ਼ ਆ 543, ਉਹ ਮੈਂ 4 ਮਿੰਟ ਤੋਂ ਘੱਟ ਦੇ ਵਿੱਚ ਸਾਰੀਆਂ ਰਿਵਾਈਜ਼ ਕਰ ਸਕਦਾ ਵਾਂ। ਕੰਟਰੀਜ਼ ਐਂਡ ਕੈਪੀਟਲ, ਜਿੰਨੇ ਵੀ ਕੰਟਰੀਜ਼ ਆ ਉਹਨਾਂ ਦੀਆਂ ਕੈਪੀਟਲਸ ਮੈਂ ਯਾਦ ਕੀਤੀਆਂ ਸੀਗੀਆਂ। ਇੱਕ ਮੈਂ ਜਿਹੜਾ ਏਸ਼ੀਆ ਬੁੱਕ ਸੀਗਾ ਰੀਸੈਂਟਲੀ, ਉਹਦੇ ਵਿੱਚ ਪੀਰੀਓਡਿਕ ਟੇਬਲ ਦਾ ਮਾਸ ਨੰਬਰ ਜਿਹੜਾ ਹੁੰਦਾ ਨਾ, ਉਹ ਲਾਸਟ ਡਿਜਿਟ ਤੱਕ, ਉਹ ਮੈਂ ਰਿਵਾਈਜ਼ ਕੀਤਾ ਸੀ। ਉਹ ਦੁਨੀਆ 'ਚ ਕਿਸੇ ਨੇ ਸੀ ਕੀਤਾ ਹੋਇਆ, ਉਹਨੂੰ ਰਿਕਾਲ ਕੀਤਾ ਸੀਗਾ ਇਨ ਸ਼ਾਰਟੈਸਟ ਪੀਰੀਅਡ ਆਫ ਟਾਈਮ। ਉਸ ਤੋਂ ਇਲਾਵਾ ਹੋਰ ਬਹੁਤ ਛੋਟੀ ਇਹੋ ਜਿਹੀਆਂ ਚੀਜ਼ਾਂ, 10,000 ਸਾਲ ਦਾ ਕੈਲੰਡਰ ਹੁੰਦਾ ਵਾ, ਕੋਈ ਡੇਟ ਦੱਸੋ ਤੇ ਤੁਸੀਂ, ਮੈਂ ਡੇ ਆਫ ਦਾ ਵੀਕ ਦੱਸ ਸਕਦਾ ਵਾਂ ਕਿ ਉਹ ਕਿਹੜਾ ਡੇ ਸੀਗਾ ਹਫਤੇ ਦਾ, ਉਹ ਮੈਂ ਦੱਸ ਦਿੰਦਾ ਵਾਂ ਵਿਦਿਨ ਸੈਕਿੰਡਸ। ਅੱਛਾ ਚਲੋ, ਦੱਸ ਹੀ ਦਿਓ ਫਿਰ। ਇਹ ਵੀ ਇੱਕ ਅੱਧਾ ਸਵਾਲ ਲੈ ਲੈਂਦੇ ਆ। 26 ਅਗਸਤ 1994 ਨੂੰ ਕਿਹੜਾ ਦਿਨ ਸੀਗਾ? ਉਸ ਦਿਨ ਸੀਗਾ ਜੀ ਤੁਹਾਡਾ ਫਰਾਈਡੇ, ਠੀਕ ਹੈ, ਸ਼ੁੱਕਰਵਾਰ ਸੀਗਾ। ਤੁਹਾਡਾ ਜੇ ਹੋਵੇ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਵੈਰੀਫਾਈ ਵੀ ਨਾਲ ਹੋ ਜਾਵੇ ਨਾ। ਅਸੀਂ ਚੈੱਕ ਕਰ ਲੈਣਾ, ਵੈਰੀਫਾਈ ਕਰ ਲੈਣਾ ਅਸੀਂ ਨਾਲ ਹੀ। ਅੱਛਾ, 26 ਜਨਵਰੀ 1947 ਨੂੰ ਸੰਡੇ ਸੀਗਾ ਜੀ, ਐਤਵਾਰ। ਅੱਛਾ, ਇਹ ਫਿਰ ਚੀਜ਼ਾਂ ਜਿਵੇਂ ਤੁਸੀਂ ਯਾਦ ਕੀਤੀਆਂ ਹੋਈਆਂ ਨੇ, 10,000 ਸਾਲ ਦਾ ਕੈਲੰਡਰ ਜਿਹੜਾ ਬੜਾ ਔਖਾ ਹੁੰਦਾ, ਇਹ ਕਿਵੇਂ ਫਿਰ ਪ੍ਰੈਕਟਿਸ ਕੀਤੀ, ਕਿਵੇਂ ਤੁਸੀਂ ਇਹ ਸਾਰੀਆਂ ਚੀਜ਼ਾਂ ਯਾਦ ਕੀਤੀਆਂ? ਇਸ ਤਰ੍ਹਾਂ ਹੈ ਕਿ ਮੈਂ ਕਿਸੇ ਟਾਈਮ ਤੇ ਨਾ ਜਦੋਂ ਪੜ੍ਹਦਾ ਹੁੰਦਾ ਸੀ, ਤੇ ਸ਼ਕੁੰਤਲਾ ਮੈਡਮ ਸੀਗੇ, ਸ਼ਕੁੰਤਲਾ ਦੇਵੀ, ਇੱਕ ਬਹੁਤ ਮੈਥਮੈਟੀਸ਼ੀਅਨ ਹੋਏ ਬੜੇ ਰਿਨਾਊਂਡ, ਜਿਨ੍ਹਾਂ ਨੂੰ ਬਹੁਤ ਕੁਝ ਯਾਦ ਹੁੰਦਾ ਸੀ। ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਸੀਗਾ, ਤੇ ਜਦੋਂ ਮੈਂ ਮੈਮਰੀ ਦੇ ਫੀਲਡ 'ਚ ਬਾਈ ਡਿਫਾਲਟ ਐਂਟਰ ਕੀਤਾ, ਤੇ ਮੈਨੂੰ ਪਤਾ ਲੱਗਿਆ ਕਿ ਮੈਂ ਕੈਲੰਡਰ ਵੀ ਯਾਦ ਕਰ ਸਕਦਾ, ਔਰ ਉਹ ਸ਼ਕੁੰਤਲਾ ਮੈਡਮ ਕਰਦੇ ਹੁੰਦੇ ਸੀਗੇ। ਉਹਨਾਂ 'ਤੇ ਮੂਵੀ ਵੀ ਬਣੀ ਹੈ, ਵਿਦਿਆ ਬਾਲਨ ਦੇ ਉੱਤੇ ਉਹਨਾਂ ਦੀ ਮੂਵੀ ਬਣੀ ਹੋਈ ਹੈ। ਤੇ ਉਹ ਉਹਨਾਂ ਨੂੰ ਜਦੋਂ ਪੁੱਛਦੇ ਸੀਗੇ ਇੰਟਰਵਿਊਜ਼ ਦੇ ਵਿੱਚ ਕਿ ਤੁਸੀਂ ਇਹ ਕਿੱਦਾਂ ਕਰ ਲੈਂਦੇ ਹੋ, ਤੇ ਲੋਕੀ ਕਰ ਸਕਦੇ ਆ, ਤੇ ਉਹ ਕਹਿੰਦੇ ਸੀ ਇਹ ਮੇਰਾ ਪਰਸਨਲ ਹੈ, ਮੈਂ ਇਹਨੂੰ ਡਿਸਕਲੋਜ਼ ਨਹੀਂ ਕਰ ਸਕਦੀ। ਪਰ ਮੈਂ ਸਾਰਿਆਂ ਨੂੰ ਕਹਿੰਦਾ ਕਿ ਇਹ ਗੂਗਲ ਤੇ ਪਿਆ ਸਾਰਾ ਕੁਝ, ਬਸ ਸਿਰਫ ਕੀ ਹੈ, ਉਹਨੂੰ ਸਿੱਖ ਕੇ ਆਰਗੇਨਾਈਜ਼ ਕਰਕੇ ਪ੍ਰੈਕਟਿਸ ਕਰਨ ਦੀ ਜ਼ਰੂਰਤ ਹੈ। ਮੈਂ ਪ੍ਰੈਕਟਿਸ ਕਰ ਲਈ, ਬਾਕੀ ਕੋਈ ਪ੍ਰੈਕਟਿਸ ਨਹੀਂ ਕਰਦੇ। ਹੋਰ ਪ੍ਰੈਕਟਿਸ ਬੜੀ ਰਿਗਰਸ ਚਾਹੀਦੀ ਹੈ, ਕਿ ਸ਼ੁਰੂ 'ਚ ਤੁਸੀਂ ਉਹਨੂੰ ਇਹ ਡੇ ਜਿਹੜੀ ਹੈ, ਇਹ 10,000 ਸਾਲ ਦਾ ਕੈਲੰਡਰ ਤੁਸੀਂ 12-15 ਸੈਕਿੰਡ ਲੱਗਦੇ ਤੁਹਾਨੂੰ ਦੱਸਣ ਦੇ ਵਿੱਚ, ਕਿਉਂਕਿ ਡਾਟਾ ਸਟੋਰ ਹੋਇਆ ਨਹੀਂ ਹੁੰਦਾ ਸਹੀ ਤਰੀਕੇ ਨਾਲ। ਪਰ ਜਦੋਂ ਤੁਸੀਂ ਪ੍ਰੈਕਟਿਸ ਕਰੇ ਜਾਂਦੇ ਹੋ, ਤੇ ਫਿਰ 2 ਸੈਕਿੰਡ ਦੇ ਵਿੱਚ ਮੈਂ 2 ਸੈਕਿੰਡ ਦੇ ਵਿੱਚ ਮੈਂ ਕੋਈ ਵੀ ਡੇਟ ਇਮੀਡੀਏਟਲੀ ਦੱਸ ਦਿੰਦਾ ਵਾਂ। ਕੋਈ ਵੀ ਕਰ ਸਕਦਾ, ਇਹਦੀ ਪ੍ਰੈਕਟਿਸ ਥੋੜੀ ਜਿਹੀ ਕਰਨ ਦੀ ਜ਼ਰੂਰਤ ਪੈਂਦੀ ਹੈ ਡਾਟਾ ਨੂੰ ਯਾਦ। ਇਹ ਤਾਂ ਮੈਨੂੰ ਲੱਗਦਾ ਕਿ ਕੈਲੰਡਰ ਦੇ ਸਵਾਲ ਤਾਂ ਐਗਜ਼ਾਮ ਦੇ ਵਿੱਚ ਵੀ ਬਹੁਤ ਸਾਰੇ ਆਉਂਦੇ ਨੇ, ਤਾਂ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਲੱਗਦਾ ਅਜੇ ਤੱਕ ਵੀ ਇਹਨਾਂ ਚੀਜ਼ਾਂ ਦਾ। ਮੈਨੂੰ ਲੱਗਦਾ ਕਿ ਇਹ ਫਿਰ ਪ੍ਰੈਕਟਿਸ ਦੀ ਲੋੜ ਹੈ, ਸਾਰੀ ਪ੍ਰੈਕਟਿਸ ਦੀ ਜ਼ਰੂਰਤ ਹੈ। ਜਿਹੜੀ ਚੀਜ਼ ਦੀ ਵੀ ਤੁਸੀਂ ਜਿੰਨੀ ਪ੍ਰੈਕਟਿਸ ਕਰ ਲਓਗੇ, ਉਨੀ ਉਹਦੀ ਮਾਸਟਰੀ ਹੁੰਦੀ ਜਾਏਗੀ। ਸੋ ਉਹ ਪ੍ਰੈਕਟਿਸ ਦੇ ਪਿੱਛੇ ਵੀ ਪ੍ਰੈਕਟਿਸ ਕੌਣ ਕਰੇਗਾ? ਪ੍ਰੈਕਟਿਸ ਉਹ ਕਰੇਗਾ ਜਿਹਦਾ ਜ਼ਿੰਦਗੀ 'ਚ ਕੋਈ ਸੁਪਨਾ ਹੈਗਾ, ਜਿਹਦਾ ਜ਼ਿੰਦਗੀ 'ਚ ਕੋਈ ਗੋਲ ਹੈਗਾ, ਟਾਰਗੇਟ ਹੈਗਾ, ਉਹ ਮਿਹਨਤ ਕਰੇਗਾ। ਦੂਜਾ ਬੰਦਾ ਮਿਹਨਤ ਨਹੀਂ ਕਰਦਾ। ਤਾਂ ਇਸ ਕਰਕੇ ਸਭ ਤੋਂ ਇੰਪੋਰਟੈਂਟ ਚੀਜ਼ ਜ਼ਿੰਦਗੀ ਦੇ ਵਿੱਚ ਹੈ ਕਿ ਸਭ ਕੁਝ ਬੜੇ ਆਰਾਮ ਨਾਲ ਸਿੱਖਿਆ ਜਾ ਸਕਦਾ, ਬਟ ਜੇ ਤੁਹਾਡਾ ਜ਼ਿੰਦਗੀ ਦੇ ਵਿੱਚ ਗੋਲ ਬੜਾ ਕਲੀਅਰ ਹੋਣਾ ਚਾਹੀਦਾ। ਗੋਲ ਨਹੀਂ ਸਿਰਫ ਚਾਹੀਦਾ, ਗੋਲ ਦੀ ਕਲੈਰਿਟੀ ਚਾਹੀਦੀ ਹੈ ਕਿ ਮੈਂ ਇਹ ਪਾਰਟਿਕੂਲਰ ਕੰਮ ਕਰਨਾ ਚਾਹੁੰਦਾ। ਤੁਹਾਡਾ ਇੱਕ ਡ੍ਰੀਮ ਹੈਗਾ ਵਾ, ਤੇ ਡ੍ਰੀਮ ਬਾਰੇ ਕਿਹਾ ਜਾਂਦਾ ਇਟ ਇਜ਼ ਦੈਟ ਪੈਸ਼ਨੇਟ ਡਿਜ਼ਾਇਰ ਫॉर ਵਿਚ ਯੂ ਹੈਵ ਅਨਲਿਮਿਟਿਡ ਐਂਥੂਸੀਆਜ਼ਮ। ਕਹਿਣ ਦਾ ਮਤਲਬ ਤੁਸੀਂ ਉਸ ਨੂੰ ਹਾਸਲ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ। ਇਹ ਚੀਜ਼ਾਂ ਛੋਟੀਆਂ ਲੱਗਦੀਆਂ, ਇਹ ਕੰਮ ਕਰਨਾ ਔਖਾ ਨਹੀਂ ਲੱਗਦਾ। ਪਰ ਜੇ ਤੁਹਾਡਾ ਕੋਈ ਜ਼ਿੰਦਗੀ ਸੁਪਨਾ ਨਹੀਂ ਹੈਗਾ, ਕੋਈ ਗੋਲ, ਔਰ 98% ਲੋਕਾਂ ਦਾ ਕੋਈ ਸੁਪਨਾ ਨਹੀਂ ਹੈਗਾ, ਬਸ ਅੱਜ ਕੁਝ ਕਰ ਰਹੇ, ਕੱਲ ਕੁਝ ਕਰ ਰਹੇ, ਪਰਸੋਂ ਕੁਝ ਕਰ ਰਹੇ, ਤੇ ਦੇਖਾਂਗੇ ਅੱਗੇ ਕੀ ਕਰਨਾ, ਕੋਈ ਡਿਸਾਈਡ ਨਹੀਂ ਕਰਕੇ ਚੱਲੇ ਹੋਏ। ਇਸੇ ਕਰਕੇ ਦੁਨੀਆ ਦੀ ਜਿਹੜੀ ਦੌਲਤ ਹੈ ਨਾ ਪੂਰੀ, ਉਹ
2% ਦੌਲਤ ਜਿਹੜੀ ਆ ਉਹ 98% ਲੋਕਾਂ ਕੋਲ ਹੈ, ਔਰ ਜਿਹੜੀ ਬਾਕੀ ਦੀ 98% ਦੌਲਤ ਹੈ ਉਹ ਸਿਰਫ 2% ਲੋਕਾਂ ਕੋਲ ਹੈ। ਉਹਦਾ ਕਾਰਨ ਹੈ ਕਿ ਉਹ 2% ਲੋਕ ਫੋਕਸਡ ਹੈ, ਕਨਸਨਟ੍ਰੇਟਡ ਹੈ, ਉਹਨਾਂ 'ਚ ਕਲੈਰਿਟੀ ਆਫ ਗੋਲਸ ਹੈਗੀ ਆ, ਉਹ ਬਿਲਕੁਲ ਕਲੀਅਰ ਹੈਗੇ ਕਿ ਮੈਂ ਕੀ ਕਰਨਾ ਕੀ ਚਾਹੁੰਦਾ ਜ਼ਿੰਦਗੀ ਦੇ ਵਿੱਚ। ਉਹਨਾਂ ਨੂੰ ਤੁਸੀਂ 100 ਰਸਤੇ ਹੋਰ ਦਿਖਾ ਦਿਓ, ਉਹ ਕਹਿਣਗੇ ਨਹੀਂ ਇਹ ਨਹੀਂ, ਮੈਨੂੰ ਉਹੀ ਰਸਤਾ ਬਿਲਕੁਲ ਮੈਂ ਇਹੀ ਕਰਨਾ ਵਾ। ਉਹ ਕਲੈਰਿਟੀ ਆਫ ਥਾਟ ਜਿਹੜੀ ਲਿਆਣੀ ਹਰ ਬੱਚੇ ਨੂੰ ਸਿਖਾਉਣਾ ਚਾਹੀਦਾ, ਔਰ ਕਿ ਵੀ ਇਹ ਜ਼ਰੂਰੀ ਹੈ ਕਿ ਤੁਹਾਡਾ ਗੋਲ ਬਿਲਕੁਲ ਕਲੀਅਰ ਹੋਵੇ। ਜੇ ਗੋਲ ਕਲੀਅਰ ਹੋਵੇ, ਤੁਹਾਡਾ ਸਬਕੌਂਸ਼ੀਅਸ ਮਾਈਂਡ, ਕੌਂਸ਼ੀਅਸ ਮਾਈਂਡ ਸਭ ਉਸ ਗੋਲ ਨੂੰ ਹਾਸਲ ਕਰਨ ਲਈ ਇਕੱਠੇ ਹੋ ਕੇ ਵਰਕ ਕਰਦੇ ਆ ਤੇ ਤੁਸੀਂ ਆਪਣੇ ਗੋਲ ਨੂੰ ਅਚੀਵ ਕਰ ਲੈਂਦੇ। ਅੱਛਾ, ਇਹ ਜਿਵੇਂ ਤੁਸੀਂ ਇਹ ਸਾਰੀਆਂ ਚੀਜ਼ਾਂ ਦੱਸੀਆਂ ਨੇ, ਮੈਂ ਚਾਹੁੰਦਾ ਕਿ ਇੱਕ ਵਾਰ ਤੁਸੀਂ ਰੂਟੀਨ ਦੇ ਵਿੱਚ ਜਿਹੜਾ ਲੋਕ ਜ਼ਿੰਦਗੀ ਜਿਉਂਦੇ ਨੇ, ਥੋੜ੍ਹੇ ਜਿਹੇ ਜੇਕਰ ਤੁਸੀਂ ਟਿਪਸ ਦਿਓ। ਜਿਵੇਂ ਤੁਸੀਂ ਇਹ ਟਿਪਸ ਦਿੱਤਾ ਕਿ ਜਿਵੇਂ ਤੁਹਾਨੂੰ ਮੋਬਾਈਲ ਨੰਬਰ ਬਹੁਤ ਸਾਰੇ ਯਾਦ ਨੇ, ਲੋਕਾਂ ਨੂੰ ਮੈਨੂੰ ਲੱਗਦਾ ਕਿ ਆਪਣੇ ਸਰਕਲ ਦੇ ਮੋਬਾਈਲ ਨੰਬਰ ਯਾਦ ਹੋਣੇ ਚਾਹੀਦੇ ਨੇ। ਜਿਵੇਂ ਮੈਨੂੰ ਲੱਗਦਾ ਤੁਸੀਂ ਦੱਸ ਰਹੇ ਸੀ ਮੈਨੂੰ ਕਾਲਜ ਦੇ ਸਾਰੇ ਪ੍ਰੋਫੈਸਰਾਂ ਦੇ ਨੰਬਰ ਯਾਦ ਹੈਗੇ ਨੇ। ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਦਿਨ ਦੇ ਵਿੱਚ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਮਾਈਂਡ ਬਹੁਤ ਸ਼ਾਰਪ ਹੋ ਜਾਂਦਾ? ਮੈਂ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਨਾ, ਇੱਕ ਸਾਰਿਆਂ ਨੂੰ, ਮੈਂ ਅੱਜ ਤੋਂ ਜੇ 4-5 ਸਾਲ ਪਹਿਲਾਂ ਗੱਲ ਕਰਾਂ ਤਾਂ ਮੈਂ ਮੈਡੀਟੇਸ਼ਨ ਵੱਲ ਕਦੀ ਧਿਆਨ ਨਹੀਂ ਸੀ ਦਿੰਦਾ। ਮੈਨੂੰ ਪਤਾ ਹੀ ਨਹੀਂ ਸੀਗਾ ਕਾਹਦੇ ਲਈ ਹੈ, ਰੱਬ ਦੀ ਪ੍ਰਾਪਤੀ ਹੋਣੀ, ਕੀ ਹੋਣਾ, ਮੈਨੂੰ ਕੁਝ ਨਹੀਂ ਸੀ ਪਤਾ। ਪਰ ਜਦੋਂ ਮੈਂ ਇਸ ਫੀਲਡ 'ਚ ਐਂਟਰ ਕੀਤਾ, ਮੈਂ ਸਟੱਡੀ ਕੀਤਾ, ਤੇ ਮੈਨੂੰ ਪਤਾ ਲੱਗਿਆ ਵੀ ਤੁਹਾਡੀ ਜ਼ਿੰਦਗੀ ਦੀ ਕੁਆਲਿਟੀ, ਤੁਹਾਡੀ ਜ਼ਿੰਦਗੀ ਦੇ ਗੋਲ ਉਹ ਸਾਰੇ ਹਾਸਿਲ ਹੋ ਸਕਦੇ ਆ ਸਿਰਫ ਔਰ ਸਿਰਫ ਤੁਸੀਂ ਇੱਕ ਆਪਣਾ ਧਿਆਨ ਲਗਾਉਣ ਵਾਲੇ ਪਾਸੇ, ਆਪਣੇ ਮਾਈਂਡ ਨੂੰ ਫੋਕਸ ਕਰਨਾ ਸ਼ੁਰੂ ਕਰੀਏ। ਸਾਡੇ ਦਿਮਾਗ ਦੇ ਵਿੱਚ ਇੱਕ ਦਿਨ ਦੇ ਵਿੱਚ, ਹਰ ਇੱਕ ਦੇ ਵਿੱਚ 70,000 ਤੋਂ 90,000 ਸੋਚ ਆਉਂਦੀ ਹੈ, ਔਰ ਉਹ 70,000 ਤੋਂ 90,000 ਸੋਚ ਕਿੱਥੋਂ ਆਉਂਦੀ ਹੈ? ਜਿਹੜਾ ਸਾਡਾ ਬਚਪਨ ਦਾ ਪ੍ਰੋਗਰਾਮ ਬਣਿਆ ਹੋਇਆ ਨਾ, ਉਹਦੇ ਤੋਂ ਆ ਰਹੀ ਹੈ, ਔਰ ਉਹ ਸਾਰੀ ਯੂਜ਼ਲੈਸ ਹੈ। ਸਾਡੀ ਜ਼ਿੰਦਗੀ ਦੇ ਵਿੱਚ ਉਹਦਾ ਕੋਈ ਰੋਲ ਨਹੀਂ ਹੈਗਾ, ਉਹ ਜ਼ਿੰਦਗੀ ਦੇ ਵਿੱਚ ਨੈਗੇਟਿਵ ਰੋਲ ਹੀ ਪਲੇ ਕਰਦੀ ਪਈ ਹੈ। ਹੁਣ ਉਹਨਾਂ ਨੂੰ ਕਿਸ ਤਰ੍ਹਾਂ ਕਢਾਇਆ ਜਾ ਸਕਦਾ, ਉਹਨਾਂ ਥਾਟਸ ਨੂੰ ਘਟਾਇਆ ਕਿਸ ਤਰ੍ਹਾਂ ਜਾ ਸਕਦਾ, ਜੇ ਉਹਨਾਂ ਨੂੰ ਅਸੀਂ ਨਵੀਆਂ ਥਾਟਸ ਦੇ ਨਾਲ ਰਿਪਲੇਸ ਕਰ ਦਈਏ। ਤੇ ਇਸ ਕਰਕੇ ਬਾਰ-ਬਾਰ ਸਾਨੂੰ ਵੀ ਬਚਪਨ 'ਚ ਕਹਿੰਦੇ ਸੀ ਪੋਜ਼ਿਟਿਵ ਸੋਚਣਾ ਚਾਹੀਦਾ, ਪਰ ਹੁਣ ਪਤਾ ਲੱਗਿਆ ਕਿ ਜੇ ਇਸ ਤਰ੍ਹਾਂ ਮੈਨੂੰ ਕੋਈ ਦੱਸਦਾ ਵੀ ਜੇ ਤੁਸੀਂ ਪੋਜ਼ਿਟਿਵ ਸੋਚੋਗੇ, ਤੁਹਾਡੇ ਸਾਹਮਣੇ ਪੋਜ਼ਿਟਿਵ ਅਪਰਚੁਨਿਟੀਜ਼ ਆਉਣਗੀਆਂ, ਤੁਹਾਡੀ ਜ਼ਿੰਦਗੀ ਪੋਜ਼ਿਟਿਵ ਚੱਲਣੀ ਸ਼ੁਰੂ ਹੋ ਜਾਏਗੀ, ਔਰ ਤੁਸੀਂ ਸਕਸੈਸਫੁਲ ਹੋ ਜਾਓਗੇ। ਐਦਾਂ ਨਹੀਂ ਕਿਸੇ ਨੇ ਕਿਹਾ, ਸਾਨੂੰ ਸਿਰਫ ਕਿਹਾ ਵੀ ਪੋਜ਼ਿਟਿਵ ਸੋਚਣਾ ਚਾਹੀਦਾ। ਹਰ ਬੰਦੇ ਨੂੰ ਆਪਣੀਆਂ ਸੋਚ ਨੂੰ ਘਟਾਉਣ ਲਈ ਉਸ ਸੋਚ ਨੂੰ ਰਿਪਲੇਸ ਕਰਨਾ ਚਾਹੀਦਾ ਪੋਜ਼ਿਟਿਵ ਥੋਟ ਨਾਲ। ਉਹ ਕਿਸ ਤਰ੍ਹਾਂ ਕਰ ਸਕਦੇ ਹਾਂ? ਇੱਕ ਤਾਂ ਸਾਨੂੰ ਸਾਰਿਆਂ ਨੂੰ ਦਿਨ 'ਚ 15-20 ਮਿੰਟ ਲਈ ਕੋਈ ਪੋਜ਼ਿਟਿਵ ਸੈਲਫ ਡਿਵੈਲਪਮੈਂਟ ਦੀ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਉਹ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ, ਸਾਡੇ ਥੋੜ੍ਹੀ ਜਿਹੜੀ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ। ਔਰ ਉਸ ਤੋਂ ਇਲਾਵਾ ਫਿਰ ਜਦੋਂ ਤੁਹਾਡੇ ਕੋਲ ਫ੍ਰੀ ਬੈਠੇ ਟੀਵੀ ਦੇਖ ਰਹੇ ਹੋ, ਟੀਵੀ ਦੀਆਂ ਖਬਰਾਂ ਦੇਖਣ ਨਾਲੋਂ ਤੁਸੀਂ ਜੇ ਕੋਈ ਪੋਜ਼ਿਟਿਵ ਵੀਡੀਓਜ਼ ਦੇਖੋ, YouTube ਭਰਿਆ ਪਿਆ ਵਾ, ਨੈਗੇਟਿਵ ਚੀਜ਼ਾਂ ਵੀ ਆ ਤੇ ਪੋਜ਼ਿਟਿਵ ਵੀ ਆ। ਜੇ ਤੁਸੀਂ ਕੁਝ ਪੋਜ਼ਿਟਿਵ ਸਿੱਖੋ, ਔਰ ਉਹਨਾਂ ਚੀਜ਼ਾਂ ਨੂੰ ਸਿੱਖਣਾ ਨਹੀਂ ਜ਼ਰੂਰੀ, ਸਿੱਖ ਕੇ ਅਪਲਾਈ ਕਰਨਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਅਪਲਾਈ ਕਰਦਾ ਵਾਂ, ਚਾਹੇ 2 ਕਿਤਾਬਾਂ ਘੱਟ ਪੜ੍ਹ ਲਵਾਂ, ਪਰ ਉਹਨਾਂ ਨੂੰ ਅਪਲਾਈ ਜ਼ਰੂਰ ਕਰਨਾ। ਵੀ ਕੋਈ ਚੀਜ਼ ਨਵੀਂ ਪਤਾ ਲੱਗੀ, ਚਲੋ ਇਹਨੂੰ ਟਰਾਈ ਕਰਦੇ ਹਾਂ। ਮੈਡੀਟੇਸ਼ਨ ਦਾ ਮੈਥਡ ਪਤਾ ਲੱਗਿਆ, ਉਹਨੂੰ ਟਰਾਈ ਕਰਦੇ ਹਾਂ। ਕੋਈ ਐਕਸਰਸਾਈਜ਼ ਨਵੀਂ ਪਤਾ ਲੱਗੀ, ਉਹਨੂੰ ਟਰਾਈ ਕਰਦੇ ਹਾਂ, ਔਰ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਦੇ ਜਾਓ। ਜਿੰਨਾ ਤੁਸੀਂ ਇਹ ਕੰਮ ਕਰ ਲਓਗੇ, ਬਹੁਤਾ ਟਾਈਮ ਲੱਗਦਾ ਜ਼ਿੰਦਗੀ 'ਚ, 1-2 ਸਾਲ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਇੰਨਾ ਬਦਲਾਅ ਆ ਜਾਏਗਾ ਕਿ ਤੁਹਾਨੂੰ ਦੱਸਣ ਦੀ ਲੋੜ ਨਹੀਂ ਪਏਗੀ। ਲੋਕੀ ਆਪੇ ਹੀ ਕਹਿਣਾ ਸ਼ੁਰੂ ਹੋ ਜਾਣਗੇ ਕਿ ਮਨਦੀਪ ਜੀ ਤੁਸੀਂ ਅੱਜ ਕੱਲ੍ਹ ਕੀ ਕਰ ਰਹੇ ਹੋ, ਤੁਹਾਡੇ ਵਿੱਚ ਬੜਾ ਬਦਲਾਅ ਦੇਖ ਰਹੇ। ਸੋ ਉਹ ਬਦਲਾਅ ਲਿਆਉਣ ਲਈ ਅੰਦਰ ਬਦਲਾਅ ਲਿਆਓਗੇ, ਦੁਨੀਆ ਤੁਹਾਡੇ ਵਾਸਤੇ ਬਦਲ ਜਾਂਦੀ ਹੈ। ਸਾਰਾ ਕੰਟਰੋਲ ਅੰਦਰ ਹੈ। ਅਸੀਂ ਬਾਹਰ ਐਫਰਟ ਕਰਦੇ ਰਹਿੰਦੇ ਹਾਂ, ਅਸੀਂ ਬਾਹਰ ਹਾਰਡ ਵਰਕ ਕਰਦੇ ਰਹਿੰਦੇ ਹਾਂ, ਫਿਰ ਅਸੀਂ ਕਹਿੰਦੇ ਕਿਸਮਤ ਮਾੜੀ ਸੀ, ਮੈਂ ਤੇ ਮਿਹਨਤ ਬੜੀ ਕੀਤੀ, ਮੇਰੀ ਸਕਸੈਸ। ਗੱਲ ਕੀ ਹੈ ਕਿ ਬਾਹਰੋਂ ਤੇ ਅਸੀਂ ਮਿਹਨਤ ਕਰ ਰਹੇ ਸੀ, ਬਾਹਰ ਦਾ ਹਿੱਸਾ ਸਿਰਫ 10% ਹੈ, ਔਰ ਜਿਹੜਾ ਅੰਦਰ ਵਾਲਾ ਹਿੱਸਾ ਵਾ ਉਹ 90% ਹੈ। ਜੇ ਅੰਦਰ ਵਾਲੇ ਨੇ ਸਾਥ ਦੇ ਦਿੱਤਾ, ਤੇ ਕਹਿਣ ਦਾ ਮਤਲਬ ਇਹ ਕਹਿ ਸਕਦੇ ਵੀ 10 ਬੰਦੇ ਕੰਮ ਕਰਨ ਵਾਲੇ, ਇੱਕ ਬੰਦਾ ਤੁਹਾਡੀ ਹੈਲਪ ਕਰ ਰਿਹਾ, 9 ਨਹੀਂ ਕਰ ਰਹੇ। ਪਰ ਜੇ ਤੁਸੀਂ ਅੰਦਰ ਚੇਂਜ ਕਰ ਲਿਆ, ਇਹਦਾ ਮਤਲਬ 10 ਤੁਸੀਂ ਵਰਕ ਕਰ ਰਹੇ ਹੋ, 100% ਸਕਸੈਸ ਹੈ ਉਹਦੇ ਵਿੱਚ। ਕੋਈ ਤੁਹਾਨੂੰ ਹੋ ਹੀ ਨਹੀਂ, ਜ਼ਿੰਦਗੀ ਦੀ ਕੋਈ ਤਾਕਤ ਤੁਹਾਨੂੰ ਸਕਸੈਸਫੁਲ ਹੋਣ ਤੋਂ ਰੋਕ ਹੀ ਨਹੀਂ ਸਕਦੀ, ਜੇ ਇਦਾਂ ਦੀ ਸੋਚ ਬਣਾ ਲਈ ਆਪਾਂ। ਚੰਗੀ ਗੱਲ ਹੈ। ਧੰਨਵਾਦ ਡਾਕਟਰ ਸਾਹਿਬ, ਬੜੀ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ। ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਸੀਗੇ ਕਿ ਮੈਮਰੀ ਨੂੰ ਕਿਵੇਂ ਸ਼ਾਰਪ ਕੀਤਾ ਜਾਵੇ, ਕਿਉਂਕਿ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਭੁੱਲਣ ਦੀ ਆਦਤ ਹੋ ਚੁੱਕੀ ਹੈ। ਇਹ ਆਮ ਹੀ ਹੈ, ਹਰ ਘਰ ਦੇ ਵਿੱਚ ਜਾਂ ਹਰ ਇਨਸਾਨ ਦੇ ਵਿੱਚ ਜਿਹੜੀਆਂ ਨੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਕਿ ਸਾਨੂੰ ਚੀਜ਼ਾਂ ਭੁੱਲ ਜਾਂਦੀਆਂ ਨੇ, ਗੱਲਾਂ ਯਾਦ ਨਹੀਂ ਰਹਿੰਦੀਆਂ ਨੇ। ਸਭ ਤੋਂ ਜ਼ਰੂਰੀ ਹੈ ਕਿ ਧਿਆਨ ਦੇਣ ਦੀ ਲੋੜ ਹੈ। ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਉੱਪਰ ਜਿਹੜਾ ਫੋਕਸ ਕੀਤਾ ਜਾਵੇ, ਤਾਂ ਹੀ ਇਹ ਜਿਹੜੀਆਂ ਚੀਜ਼ਾਂ ਤੁਸੀਂ ਯਾਦ ਰੱਖ ਸਕਦੇ ਹੋ। ਤਾਂ ਜ਼ਿੰਦਗੀ ਦੇ ਵਿੱਚ, ਰੂਟੀਨ ਦੇ ਵਿੱਚ ਜਿਹੜੀਆਂ ਤੁਸੀਂ ਵਰਕ ਕਰਦੇ ਹੋ, ਉਹਦੇ ਵਿੱਚ ਤੁਹਾਨੂੰ ਆਦਤਾਂ ਜਿਹੜੀਆਂ ਨੇ ਉਹ ਬਦਲਣ ਦੀ ਲੋੜ ਹੈਗੀ ਆ, ਤਾਂ ਹੀ ਤੁਸੀਂ ਆਪਣੀ ਮੈਮਰੀ ਸ਼ਾਰਪ ਕਰ ਸਕਦੇ ਹੋ। ਕੈਮਰਾਮੈਨ ਰਿੰਕੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ TV, ਜਲੰਧਰ।